ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਹਰਜੋਤ ਕੌਰ ਤੇ ਤੁਸੀਂ ਦੇਖ ਰਹੇ ਹੋ ਜੀ ਤੁਹਾਡਾ ਆਪਣਾ ਮਨਪਸੰਦ ਇਮੀਗ੍ਰੇਸ਼ਨ ਸ਼ੋ ਉਡਾਰੀ ਵਿਦੇਸ਼ਾਂ ਨੂੰ। ਸੋ ਅੱਜ ਆਪਾਂ ਬੜੀ ਖਾਸ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਨੀ ਹੈ। ਲੇਟੈਸਟ ਅਪਡੇਟਸ ਨੇ ਜੀ ਯੂਕੇ ਨੂੰ ਲੈ ਕੇ, ਯੂਕੇ ਸਪਾਊਸ ਵੀਜ਼ਾ ਨੂੰ ਲੈ ਕੇ, ਨਾਲ ਦੀ ਨਾਲ ਗੱਲ ਆਪਾਂ ਰਿਫਿਊਜ਼ਲਸ ਦੀ ਕਰਨੀ ਹੈ। ਆਸਟ੍ਰੇਲੀਆ ਵਿੱਚ ਜਿਹੜੀ ਰਿਫਿਊਜ਼ਲ ਦਰ ਵੱਧ ਰਹੀ ਹੈ। ਕੈਨੇਡਾ ਦੇ ਸਟੂਡੈਂਟ ਵੀਜ਼ਾ ਦੇ ਉੱਪਰ ਵਰਕ ਰਾਈਟ ਨੂੰ ਲੈ ਕੇ ਵੀ ਨਵਾਂ ਅਪਡੇਟ ਹੈ। ਸੋ ਇਸ ਲਈ ਇਹ ਸਾਰੀ ਜਾਣਕਾਰੀ ਤੁਸੀਂ ਧਿਆਨ ਨਾਲ ਸੁਣਨੀ ਹੈ ਤਾਂ ਕਿ ਤੁਸੀਂ ਅੱਗੋਂ ਜੋ ਵੀ ਸੋਚ ਰਹੇ ਹੋ ਆਪਣੇ ਫਿਊਚਰ ਦੇ ਲਈ, ਜਿਸ ਵੀ ਕੰਟਰੀ ਦਾ, ਤੁਹਾਨੂੰ ਐਗਜ਼ੈਕਟ ਸਾਰੀਆਂ ਗੱਲਾਂ ਦਾ ਪੂਰੀ ਤਰੀਕੇ ਨਾਲ ਪਤਾ ਹੋਵੇ। ਤੇ ਅੱਜ ਦੀ ਡਿਸਕਸ਼ਨ ਦੇ ਲਈ ਇੱਕ ਵਾਰ ਫਿਰ ਸਾਡੇ ਨਾਲ ਸ਼ੋਅ ਦੇ ਵਿੱਚ ਮੌਜੂਦ ਨੇ ਜੀ ESS ਗਲੋਬਲ ਇਮੀਗ੍ਰੇਸ਼ਨ ਸੋ ਵੀਜ਼ਾ ਐਕਸਪਰਟ ਮਿਸਟਰ ਰੋਹਿਤ ਸੇਠੀ ਜੀ। ਬਹੁਤ ਬਹੁਤ ਸਵਾਗਤ ਹੈ ਸਰ। ਸਤਿ ਸ਼੍ਰੀ ਅਕਾਲ। ਥੈਂਕ ਯੂ ਵੈਰੀ ਮਚ ਜੀ। ਸਾਡੇ ਨਾਲ ਜੁੜੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਤੇ ESS ਦੀ ਪੂਰੀ ਟੀਮ ਵੱਲੋਂ ਪਿਆਰ ਭਰਿਆ ਸਤਿ ਸ਼੍ਰੀ ਅਕਾਲ। ਸਰ ਸਭ ਤੋਂ ਪਹਿਲਾਂ ਆਪਾਂ ਯੂਕੇ ਤੋਂ ਹੀ ਸ਼ੁਰੂਆਤ ਕਰਾਂਗੇ ਕਿਉਂਕਿ ਯੂਕੇ ਦੇ ਵਿੱਚ ਸਪਾਊਸ ਵੀਜ਼ਾ ਲਗਾਉਣਾ ਹਰ ਕੋਈ ਸਭ ਤੋਂ ਈਜ਼ੀ ਸਮਝਦਾ ਸੀਗਾ ਕਿ ਇਕੱਠੇ ਫਲਾਈ ਕਰ ਸਕਦੇ ਹਾਂ, ਪ੍ਰੋਸੀਜਰ ਵੀ ਸਹੀ ਹੈ। ਪਰ ਜੋ ਹੁਣ ਯੂਕੇ ਆਫੀਸ਼ੀਅਲਸ ਵੱਲੋਂ ਨਵੀਂ ਬਾਈਟ ਆਈ ਹੈ, ਨਵੇਂ ਅਪਡੇਟਸ ਆਏ ਨੇ, ਉਸ ਬਾਰੇ ਜ਼ਰੂਰ ਜਾਣਨਾ ਚਾਹਾਂਗੇ। ਦੇਖੋ, ਇੰਗਲਿਸ਼ ਦੀ ਪ੍ਰੋਵਰਬ ਹੈਗੀ ਹੈ ਜੀ, ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਕੁਝ ਵੀ ਜ਼ਿਆਦਾ ਹੋਇਆ ਤਾਂ ਉਹ ਹਾਨੀਕਾਰਕ ਹੈਗਾ। ਇਹ ਸਟੇਟਮੈਂਟ ਨੂੰ ਜਸਟੀਫਾਈ ਜਾਂ ਉਹਦੇ ਉੱਪਰ ਗੱਲਬਾਤ ਕਰਨ ਤੋਂ ਪਹਿਲਾਂ ਥੋੜਾ ਜਿਹਾ ਫਲੈਸ਼ਬੈਕ ਚੱਲਾਂਗੇ 2010 ਦੇ ਵਿੱਚ। ਜਦ 2010 ਤੋਂ ਲੈ ਕੇ 2016 ਤੱਕ ਉੱਥੋਂ ਦੀ ਮਿਨਿਸਟਰ ਥੈਰੇਸਾ ਮੇ, ਜਿਨ੍ਹਾਂ ਨੇ ਪੋਸਟ ਸਟੱਡੀ ਗ੍ਰੈਜੂਏਟ ਵਰਕ ਪਰਮਿਟ ਨੂੰ ਅਬੋਲਿਸ਼ ਕਰਤਾ ਸੀਗਾ, ਉਹਦੇ ਕਰਕੇ ਸਟੂਡੈਂਟਸ ਦਾ ਯੂਕੇ ਵੱਲ ਜਿਹੜਾ ਰੁਝਾਵ ਹੈ ਹਲਕਾ ਹੋ ਗਿਆ ਸੀ, ਜਾਂ ਉਹ ਪਸੰਦ ਦੀ ਲਿਸਟ 'ਚ ਨਹੀਂ ਆਉਂਦਾ ਸੀਗਾ ਕਿਉਂਕਿ ਕੋਈ ਬੈਨੀਫਿਟ ਨਹੀਂ ਸੀ ਯੂਕੇ ਜਾ ਕੇ ਅੱਗੇ ਸਟੇ ਬੈਕ ਕਰਨ ਦਾ। 2019 ਦੇ ਵਿੱਚ ਜਦ ਅਨਾਊਂਸਮੈਂਟ ਆਈ ਵੀ ਯੂਕੇ 2020-21 ਦੇ ਸੈਸ਼ਨ ਦੇ ਵਿੱਚ ਪੋਸਟ ਗ੍ਰੈਜੂਏਟ ਵਰਕ ਪਰਮਿਟ ਸ਼ੁਰੂ ਕਰੇਗਾ, ਉਸ ਟਾਈਮ ਯੂਕੇ ਵਾਲੇ ਪਾਸੇ ਬਹੁਤ ਸਾਰਾ ਝੁਕਾਅ ਹੋਣਾ ਸ਼ੁਰੂ ਹੋ ਗਿਆ। ਉਸ ਤੋਂ ਬਾਅਦ ਕਈ ਸਟੇਟਮੈਂਟ ਆਈਆਂ ਦੈਟ ਇਹ ਅੱਗੇ ਸਕਿਲਡ ਵਰਕਰ ਰਾਊਟ 2 ਨੂੰ ਐਂਟਰਟੇਨ ਕਰੇਗਾ ਤੇ ਫਿਰ PR ਵਾਲੇ ਰਾਹ ਵਾਲੇ ਪਾਸੇ ਜਾਇਆ ਜਾਏਗਾ। ਉਸੇ ਚੀਜ਼ ਨੂੰ ਦੇਖਦੇ ਹੋਏ ਯੂਕੇ ਦੀ ਗਵਰਨਮੈਂਟ ਨੇ ਆਪਣੇ 2030 ਤੱਕ ਦੀ ਸਟ੍ਰੈਟਜੀ ਬਣਾਈ ਸੀ 6 ਲੱਖ ਸਟੂਡੈਂਟ ਨੂੰ ਐਂਟਰੀ ਦੇਣ ਦੀ, ਜਿਹੜੇ ਕਿ ਪੈਰਲਲ ਇਜ਼ ਇਕੁਅਲ ਟੂ ਹੁੰਦੀ ਸੀ ਇੰਨਾ ਮਨੀ ਰੈਵਨਿਊ ਆਏਗਾ। ਹੁਣ ਉਹ ਜਿਹੜਾ ਟਾਰਗੇਟ ਹੈ ਉਹ ਯੂਕੇ ਨੇ ਤਕਰੀਬਨ 9 ਸਾਲ ਪਹਿਲਾਂ ਹੀ ਪੂਰਾ ਕਰ ਲਿਆ। ਪਿਛਲੇ ਸਾਲ ਤੇ ਉਸ ਤੋਂ ਪਿਛਲੇ ਸਾਲ ਰੱਜ ਕੇ ਵੀਜ਼ੇ ਦਿੱਤੇ ਗਏ, ਜਿਹਦੇ ਵਿੱਚ ਸਿੰਗਲ ਬੱਚਾ, ਸਪਾਊਸ ਬੱਚਾ, ਵਿਦ ਫੈਮਿਲੀ ਬੱਚਾ, ਸਭ ਨੇ ਉਸ ਓਪਰਚੁਨਿਟੀ ਨੂੰ ਅਵੇਲ ਕੀਤਾ ਤੇ ਉੱਥੇ ਜਾ ਕੇ ਬਸੇ। ਬਿਲਕੁਲ। ਹੁਣ ਤੁਹਾਨੂੰ ਇੱਥੇ ਇੱਕ ਹਾਈਲਾਈਟ ਕਰਨਾ ਚਾਹਾਂਗਾ, ਯੂਕੇ ਜਿਹੜਾ ਇੰਟਰਨੈਸ਼ਨਲ ਸਟੂਡੈਂਟ ਹੈ ਉਹ ਯੂਕੇ ਦੀ ਯੂਨੀਵਰਸਿਟੀਜ਼ ਦੇ ਵਿੱਚ 17% ਰੈਵਨਿਊ ਦਾ ਹੱਕਦਾਰ ਹੈ। ਜਿਹੜੀ ਫੀਸਾਂ ਆਪਾਂ ਦੇ ਕੇ ਜਾਂਦੇ ਹਾਂ, ਹਰ 100 ਰੁਪਏ ਮਗਰ 17 ਰੁਪਏ ਇੰਟਰਨੈਸ਼ਨਲ ਸਟੂਡੈਂਟਸ ਦਾ ਕੰਟਰੀਬਿਊਸ਼ਨ ਹੁੰਦਾ ਹੈ। ਦੈਟ ਮੀਨ ਲੋਕਲ ਬੱਚੇ ਦਾ ਕੰਟਰੀਬਿਊਸ਼ਨ ਹਜੇ ਵੀ ਸਭ ਤੋਂ ਜ਼ਿਆਦਾ ਹੈਗਾ ਉਹਨਾਂ ਦੇ ਫੀਸਾਂ ਲਈ, ਬਟ 17% ਬਹੁਤ ਸਾਰਾ ਮਾਇਨੇ ਰੱਖਦਾ। 17% ਸੁਣਨ ਨੂੰ ਥੋੜਾ ਛੋਟੀ ਪਰਸੈਂਟੇਜ ਲੱਗਦੀ ਹੈ, ਬਟ ਜੇ ਤੁਸੀਂ ਯੂਕੇ ਦੀ ਇਨਕਮ ਟੈਕਸ ਦਾ ਲਾਸ ਦੇਖੋਗੇ ਨਾ, ਉਸ 6 ਸਾਲਾਂ ਦੇ ਵਿੱਚ ਉਹ 1 ਬਿਲੀਅਨ ਪਾਉਂਡਸ ਦੇ ਕਰੀਬ ਸੀਗਾ ਜਿਹੜਾ ਯੂਕੇ ਨੇ ਸਫਰ ਕੀਤਾ ਜਦ ਬੱਚਾ ਉੱਥੇ ਨਹੀਂ ਜਾਂਦਾ ਪਿਆ ਸੀਗਾ। ਤੇ 17% ਔਰ 1 ਬਿਲੀਅਨ ਪਾਉਂਡ, ਇਟਸ ਅ ਲੋਟ ਆਫ ਮਨੀ ਵੀ ਆਰ ਟਾਕਿੰਗ। ਜੀ ਅੱਜ ਜਿਹੜੀ ਸਟੇਟਮੈਂਟ ਆਉਂਦੀ ਹੈ ਉੱਥੋਂ, ਜਿਹੜੀ ਉਹ ਚਾਹੇ ਸਰਸਰੀ ਸਟੇਟਮੈਂਟ ਸੀ ਬਟ ਉਹ ਪਬਲਿਸ਼ ਹੋਈ ਹੈ ਨਿਊਜ਼ਪੇਪਰਸ ਦੇ ਵਿੱਚ, ਉਹਦੇ ਵਿੱਚ ਜਿਹੜੇ ਹੋਮ ਸੈਕਟਰੀ ਨੇ ਹੋਮ ਆਫਿਸ ਦੇ, ਉਹਨਾਂ ਨੇ ਸਪਸ਼ਟ ਕਿਹਾ ਜਿਹੜਾ ਡਿਪੈਂਡੈਂਟ ਉੱਥੇ ਆਉਂਦਾ ਹੈ, ਵੀ ਆਰ ਅਟਰੈਕਟਿੰਗ ਲੋਟ ਆਫ ਲੋ ਸਕਿਲਡ ਪੀਪਲ। ਯੂਕੇ ਹਮੇਸ਼ਾ ਤੋਂ ਹੀ ਹਾਈਲੀ ਸਕਿਲਡ ਲੋਕਾਂ ਦਾ, ਹਾਈਲੀ ਸਕਿਲਡ ਮਾਈਗ੍ਰੈਂਟ ਦਾ, ਹਾਈਲੀ ਸਕਿਲਡ ਪੀਪਲ ਦਾ ਕਰ ਰਿਹਾ ਹੈ, ਬਟ ਡਿਊ ਟੂ ਦਾ ਡਿਪੈਂਡੈਂਟ ਗੋਇੰਗ ਇਨ ਅਲੋਂਗ ਵਿਦ ਦਾ ਸਟੂਡੈਂਟ ਵੀਜ਼ਾ, ਉਹਨਾਂ ਦੀ ਸਟੇਟਮੈਂਟ ਆਣਾ ਦੈਟ ਇਹ ਬਹੁਤ ਸਾਰੇ ਲੋ ਸਕਿਲਡ ਪੀਪਲ ਨੂੰ ਅਟਰੈਕਟ ਕਰਦਾ ਪਿਆ ਪ੍ਰੋਗਰਾਮ, ਵੀ ਨੀਡ ਟੂ ਡੂ ਸਰਟਨ ਅਮੈਂਡਮੈਂਟਸ। ਨਾਲ ਉਹਨਾਂ ਨੇ ਇਹ ਵੀ ਕਿਹਾ ਦੈਟ ਯੈਸ, ਅਸੀਂ ਆਪਣਾ ਟਾਰਗੇਟ ਜੇ 9-10 ਸਾਲ ਪਹਿਲਾਂ ਅਚੀਵ ਕਰ ਲਿਆ ਹੈਗਾ, ਜ਼ਰੂਰੀ ਨਹੀਂ ਹੈ ਉਸੇ ਪੋਲਿਸੀਜ਼ ਦੇ ਉੱਪਰ ਹੀ ਅਗਲੇ 10 ਸਾਲ ਆਪਾਂ ਚੱਲੀਏ, ਕਿਉਂਕਿ ਟਾਰਗੇਟ ਅਚੀਵ ਹੋ ਗਿਆ। ਹੁਣ ਆਪਾਂ ਨੂੰ ਇੱਕ ਸਸਟੇਨੇਬਲ ਗਰੋਥ ਚਾਹੀਦੀ ਹੈ, ਇੱਕ ਸਰਟਨ ਪਰਸੈਂਟੇਜ ਦੀ ਗਰੋਥ ਚਾਹੀਦੀ ਹੈ ਹਰ ਸਾਲ, ਤਾਂ ਕਿ ਅਸੀਂ ਗਰੋਥ ਵਾਲੇ ਪਾਸੇ ਜਾਈਏ। ਵਟ ਡਜ਼ ਦੈਟ ਮੀਨ ਐਜ਼ ਅ ਕੰਸਲਟੈਂਟ, ਵਟ ਡਜ਼ ਦੈਟ ਮੀਨ ਐਜ਼ ਅ ਸਟੂਡੈਂਟ ਟੂ ਯੂ। ਜੇ ਅੱਜ 100 ਐਪਲੀਕੇਸ਼ਨਾਂ ਜਾਂਦੀਆਂ ਤੇ 100 ਤੋਂ 100 ਵੀਜ਼ੇ ਲੈ ਕੇ ਆਉਂਦੇ हैं, ਆਉਣ ਵਾਲੇ ਸਮੇਂ ਦੇ ਵਿੱਚ ਇਹਦੇ ਵਿੱਚ ਕਟੌਤੀ ਹੋਣੀ ਲਾਜ਼ਮੀ ਹੈ, ਕਿਉਂਕਿ ਸਸਟੇਨੇਬਲ ਗਰੋਥ ਹਰ ਸਾਲ 100% ਗਰੋਥ ਰਾਹ ਨਹੀਂ ਆਉਂਦੀ। ਅੱਜ ਨਹੀਂ, ਸ਼ਾਇਦ ਅਗਲੇ ਇਨਟੇਕ ਦੇ ਵਿੱਚ, ਔਰ ਬਾय ਨੈਕਸਟ ਸੈਪਟੈਂਬਰ I am 100% sure UK policies will be going towards the Australian way or the Canadian way. That means ਤੁਹਾਡੇ ਪ੍ਰੋਫਾਈਲ, ਤੁਹਾਡੇ ਪਰਸਨਲ ਸਰਕਮਸਟੈਂਸਸ, ਤੁਹਾਡੇ ਸੋਸ਼ੋ ਇਕਨੋਮਿਕ ਸਰਕਮਸਟੈਂਸਸ, ਬਹੁਤ ਸਾਰੀ ਚੀਜ਼ਾਂ ਦੇਖਦੇ ਹੋਏ ਜੋ ਅੱਜ ਵੀ ਉਹਨਾਂ ਦੇ ਜਰਨਲ ਸਟੂਡੈਂਟ ਰੈਗੂਲੇਸ਼ਨ ਦੇ ਰੂਲ ਦੇ ਵਿੱਚ ਕਵਰ ਹੁੰਦੀਆਂ ਨੇ, ਬਟ ਉਹ ਕਾਨੂੰਨ ਹੈ ਉਹ ਐਕਸਰਸਾਈਜ਼ ਨਹੀਂ ਹੁੰਦਾ ਪਿਆ ਵੀਜ਼ਾ ਆਫਿਸਰ ਵੱਲੋਂ। ਕੋਈ ਵੀ ਡਾਇਰੈਕਸ਼ਨ ਨਿਰਦੇਸ਼ ਹੋ ਸਕਦੇ ਆ ਉਹਦੇ, ਬਟ ਅੱਜ ਇੱਕ ਇੰਡੀਕੇਸ਼ਨ ਆ ਗਿਆ
ਇਫ ਐਨੀਬਡੀ ਇਜ਼ ਲੁਕਿੰਗ ਟੂ ਗੋ ਟੂ UK ਤਾਂ ਆਪਣੀ ਪ੍ਰੋਫਾਈਲ ਨੂੰ ਹਰ ਪਾਸਿਓਂ ਠੋਕ ਵਜਾ ਕੇ ਤਿਆਰੀ ਕਰੇ। ਜੀ ਜੀ ਦੇਖੋ ਕਦੇ ਐ ਨਹੀਂ ਹੁੰਦਾ ਵੀਜ਼ਾ ਬੰਦ ਹੁੰਦੇ ਆ ਵੀਜ਼ਾ ਖੁੱਲਦੇ ਆ, ਹਮੇਸ਼ਾ ਐ ਹੁੰਦਾ ਕਿ ਮੇਰੀ ਪ੍ਰੋਫਾਈਲ ਉਸ ਪਾਰਟਿਕੂਲਰ ਵੀਜ਼ਾ ਕੈਟਾਗਰੀ ਲਈ ਐਲੀਜੀਬਲ ਹੈ ਕਿ ਨਹੀਂ ਐਲੀਜੀਬਲ ਹੈ। ਜੇ ਅੱਜ ਤੁਸੀਂ ਆਪਣੇ ਸਪਾਊਸ ਨਾਲ ਜਾਣਾ ਚਾਹੁੰਦੇ ਹੋ ਅਗਲੇ ਇਨਟੇਕ ਦੇ ਵਿੱਚ ਜਾਂ ਉਸ ਤੋਂ ਅਗਲੇ ਇਨਟੇਕ ਦੇ ਵਿੱਚ ਪਲੈਨਿੰਗ ਕਰਦੇ ਪਏ ਹੋ, ਆਪਣੀ ਪ੍ਰੋਫਾਈਲ ਨੂੰ 360 ਡਿਗਰੀ ਦੇਖ ਕੇ ਇੰਟਰਵਿਊ ਦੀ ਤਿਆਰੀ, ਆਪਣੇ ਆਇਲਸ ਔਰ PT ਜੋ ਵੀ ਤੁਸੀਂ ਸਕੋਰ ਲੈਣੇ ਪਏ ਹੋ, ਅਕੈਡਮਿਕ ਪਰਸੈਂਟੇਜ ਐਂਡ ਚੰਗੀ ਯੂਨੀਵਰਸਿਟੀ ਉੱਥੇ ਸਿਲੈਕਟ ਕਰੋ। ਉਹ ਯੂਨੀਵਰਸਿਟੀ ਜਿੱਥੇ ਦੁਨੀਆ ਜਾਂਦੀ ਪਈ ਹੈ, ਕਿਉਂਕਿ ਉਹ ਦੁਨੀਆ ਕਿਉਂ ਜਾਂਦੀ ਪਈ ਹੈ, ਉਹ ਸ਼ਹਿਰ ਖਿੱਚਦਾ ਪਿਆ, ਉਹ ਚਾਹੇ ਲੰਡਨ ਹੋ ਸਕਦਾ ਹੈ, ਬਰਮਿੰਗਮ ਹੋ ਸਕਦਾ ਹੈ, ਜਿੱਥੇ ਕਰਕੇ ਆਪਣੇ ਵਾਸਤੇ ਉਹ UK ਖਤਮ ਹੋ ਜਾਂਦਾ ਹੈ। ਹੁਣ ਜਿਹਨੂੰ ਬਰਮਿੰਗਮ ਜਾਣਾ ਹੈ ਉਹਦੇ ਲਈ ਬਰਮਿੰਗਮ ਹੀ UK ਹੈ, ਬਰਮਿੰਗਮ ਤੋਂ ਬਾਅਦ ਉਹ ਸੋਚੂਗਾ ਹੀ ਨਹੀਂ। ਇਹ ਕਲੀਅਰ ਇੰਡੀਕੇਸ਼ਨ ਹੈ ਆਪਣੇ ਸੋਚਣ ਦੇ ਦਾਇਰੇ ਖੋਲੋ, ਆਪਣੀ ਆਪਸ਼ਨਸ, ਆਪਣੀ ਪ੍ਰੋਫਾਈਲ ਤੇ ਆਪਣੇ ਸਰਕਮਸਟੈਂਸਿਸ ਨੂੰ ਉਸ ਵੀਜ਼ਾ ਦੇ ਕਾਬਿਲ ਬਣਾਓ। ਇਹ ਜੇ ਇੰਡੀਕੇਸ਼ਨ ਹੈ ਇਹ ਆਉਣ ਵਾਲੇ ਸਮੇਂ ਦੀ ਇੰਡੀਕੇਸ਼ਨ ਹੈ ਵੀ ਕੋਈ ਚੇਂਜਸ ਆਣੇ ਤੈਅ ਹੈਗੇ ਨੇ, ਕੀ ਆਉਣਗੇ ਟਾਈਮ ਦੱਸੇਗਾ। ਜੀ ਬਿਲਕੁਲ ਸਹੀ ਤੁਸੀਂ ਗੱਲ ਕਹੀ ਕਿ ਇੱਕ ਆਪਾਂ ਹਿੰਟ ਇਸ ਨੂੰ ਮੰਨ ਸਕਦੇ ਹਾਂ। ਸੋ ਇਸ ਲਈ ਸਟੂਡੈਂਟਸ ਆਪਾਂ ਇਹ ਮੰਨ ਸਕਦੇ ਕਿ ਜਿਹੜੇ ਹੁਣ ਅਪਲਾਈ ਕਰ ਰਹੇ ਨੇ ਉਹ ਕਿਤੇ ਨਾ ਕਿਤੇ ਫਟਾਫਟ ਅਪਲਾਈ ਕਰਨ, ਜ਼ਿਆਦਾ ਨਾ ਸੋਚਣ, ਤਾਂ ਕਿ ਅੱਗੋਂ ਅਗਰ ਰੂਲਸ ਕੁਝ ਚੇਂਜ ਹੋ ਜਾਂਦੇ ਨੇ ਤਾਂ ਜਿਵੇਂ ਕਿ ਅਸੀਂ ਸਾਰੇ ਜਾਣਦੇ ਕਿ ਸਟੂਡੈਂਟਸ UK ਨੂੰ ਬੜੀ ਈਜ਼ੀ ਆਪਸ਼ਨ ਸਮਝਦੇ ਸੀ ਹੁਣ ਤੱਕ। ਸੋ ਈਜ਼ੀ ਆਪਸ਼ਨ ਈਜ਼ੀ ਨਹੀਂ ਰਹਿ ਸਕਦੀ ਜੋ ਹਿੰਟ ਆਫੀਸ਼ੀਅਲਸ ਵੱਲੋਂ ਆਇਆ। ਜਿਹੜੇ ਹੁਣ ਅਪਲਾਈ ਕਰਨ ਬਾਰੇ ਸੋਚ ਰਹੇ ਨੇ ਤੇ ਉਹਨਾਂ ਨੂੰ ਹੁਣ ਕਿਹੜੇ ਇਨਟੇਕ ਲਈ ਫਟਾਫਟ ਅਪਲਾਈ ਕਰ ਲੈਣਾ ਚਾਹੀਦਾ? ਦੇਖੋ ਜਨਵਰੀ ਇਨਟੇਕ ਇਜ਼ ਦਾ ਓਨਲੀ ਇਨਟੇਕ ਜਿਹੜਾ ਹਜੇ ਅਵੇਲੇਬਲ ਹੈ, ਬਟ ਉਹ ਵੀ ਸੈਪਟੈਂਬਰ 30 ਚ ਮੁੱਕ ਚੁੱਕਿਆ ਹੈਗਾ। ਹਾਰਡਲੀ ਹੈਂਡਫੁਲ ਆਫ ਯੂਨੀਵਰਸਿਟੀਜ਼ ਨੇ ਜਿਨ੍ਹਾਂ ਦੀ ਡੈਡਲਾਈਨ 7 ਅਕਤੂਬਰ ਹੈ ਜਾਂ 10-15 ਅਕਤੂਬਰ ਹੈਗੀ ਹੈ ਮੈਕਸਿਮਮ। ਉਸ ਤੋਂ ਬਾਅਦ UK ਜਨਵਰੀ ਇਨਟੇਕ ਪੈਕਅਪ ਹੈਗਾ। ਉਸ ਤੋਂ ਬਾਅਦ ਜੇ ਤਿਆਰੀ ਕਰਨੀ ਹੈ ਤੁਸੀਂ ਕਿਸ ਪਾਸੇ ਜਾਣਾ ਹੈ, ਤੇ ਉਹ ਸਾਰੇ ਐਪਲੀਕੈਂਟਸ ਜਿਹੜੇ ਅੱਜ ਆਪਣਾ ਪ੍ਰੋਸੈਸ ਸ਼ੁਰੂ ਕਰ ਚੁੱਕੇ ਹਨ ਜਨਵਰੀ ਇਨਟੇਕ ਦਾ, ਉਹ ਆਪਣਾ ਐਕਟਿਵ ਪਾਰਟਿਸਿਪੇਸ਼ਨ ਰੱਖਣ ਆਪਣੇ ਪ੍ਰੋਸੈਸ ਦੇ ਵਿੱਚ, ਇੰਟਰਵਿਊ ਪ੍ਰਿਪਰੇਸ਼ਨ ਦੇ ਵਿੱਚ। ਇੰਟਰਵਿਊ ਦਾ ਕੋਈ ਵੀ ਰਾਉਂਡ ਆਫ ਨਹੀਂ ਹੈਗਾ, ਇੰਟਰਵਿਊ ਆਣਾ ਹੀ ਆਣਾ। ਜੇ ਯੂਨੀਵਰਸਿਟੀਆਂ ਨੇ ਨਹੀਂ ਲਿੱਤੀਆਂ ਤਾਂ ਹਾਈ ਕਮਿਸ਼ਨ ਇੰਟਰਵਿਊ ਦੇ ਬੇਸ ਤੇ ਝਾੜਨੇ ਸ਼ੁਰੂ ਕਰ ਦੂਗਾ। ਦੈਟ ਇਜ਼ ਵੈਰੀ ਇੰਪੋਰਟੈਂਟ। ਜੇ ਇੱਕ ਪਾਸਾ ਯੂਨੀਵਰਸਿਟੀ ਆਪਣਾ ਕੰਮ ਨਹੀਂ ਕਰਦੀ ਪਈ ਤਾਂ ਅੰਬੈਸੀ ਨੇ ਤਾਂ ਆਪਣਾ ਕੰਮ ਕਰਨਾ ਹੀ ਕਰਨਾ ਹੈ। ਇਸ ਲਈ ਜਦ ਤੁਸੀਂ ਦੇਖਦੇ ਹੋ ਨਾ ਐਡਵਰਟੀਜ਼ਮੈਂਟ ਜਾਂ ਜਦ ਤੁਸੀਂ ਆਫਿਸ ਆ ਕੇ ਕਾਉਂਸਲਿੰਗ ਲੈਂਦੇ ਹੋ ਐਂਡ ਤੁਸੀਂ ਵਿਦਆਊਟ ਆਸ ਦੀ ਆਪਸ਼ਨ ਪੁੱਛਦੇ ਹੋ, ਵਿਦਆਊਟ ਇੰਟਰਵਿਊ ਦੀ ਆਪਸ਼ਨ ਪੁੱਛਦੇ ਹੋ, ਉਹ ਜੇ ਅੱਜ 100 ਚੋਂ 2-4 ਯੂਨੀਵਰਸਿਟੀਆਂ ਹੈਗੀਆਂ ਨੇ ਜਿਹੜਾ ਇੰਟਰਵਿਊ ਤੇ ਵਿਦਆਊਟ ਆਸ ਲਈ ਤੁਹਾਨੂੰ ਕਹਿੰਦੀਆਂ ਨੇ, ਉਹਦਾ ਆਫਟਰ ਇਫੈਕਟ ਅੰਬੈਸੀ ਤੇ ਆਣਾ ਹੀ ਆਣਾ। ਜੇ ਉਹਨਾਂ ਨੇ ਆਪਣਾ ਕੰਮ ਨਹੀਂ ਕੀਤਾ, ਅੰਬੈਸੀ ਨੇ ਆਪਣਾ ਕੰਮ ਕਰਨਾ ਹੀ ਕਰਨਾ ਹੈ। ਜੀ ਜੀ ਜਿਹੜਾ ਬੱਚਾ ਉੱਥੋਂ ਡਿਪੋਰਟ ਹੁੰਦਾ 에ਅਰਪੋਰਟ ਤੋਂ, ਹਜੇ ਵੀ ਡਿਪੋਰਟ ਹੁੰਦੇ ਨੇ, ਇਹ ਉਹ ਸਟੂਡੈਂਟ ਨੇ ਜਿਨ੍ਹਾਂ ਕੀ ਇੰਟਰਵਿਊ ਨੂੰ ਸਕਿਪ ਕੀਤਾ, ਉਹ ਸਿਸਟਮ ਦਾ ਫਾਇਦਾ ਚੱਕਿਆ ਤੇ ਅੱਜ ਉਹ ਉੱਥੇ ਜਾ ਕੇ ਉਹ ਕਾਬਿਲ ਹੀ ਨਹੀਂ ਬਣਿਆ ਉਹਨਾਂ ਦੀ ਗੱਲ ਸਮਝ ਸਕੇ ਤੇ ਜਵਾਬ ਦੇ ਸਕੇ, ਕਿਉਂਕਿ ਪਹਿਲਾ ਸਟੈਪ ਜਿਹੜਾ ਹੈਗਾ ਉਹਨੂੰ ਸਕਿਪ ਕੀਤਾ ਗਿਆ। ਮੈਂ ਬਾਰ-ਬਾਰ ਕਹਿੰਦਾ ਜਿਹੜਾ ਤੁਹਾਡੇ ਪਾਸਪੋਰਟ ਤੇ ਸਟicker ਲੱਗਿਆ ਉਹ ਸਿਰਫ ਟਰੈਵਲ ਦੀ ਪਰਮਿਸ਼ਨ ਹੈ, ਉੱਥੇ ਐਂਟਰੀ ਦੀ ਪਰਮਿਸ਼ਨ ਨਹੀਂ ਹੈ। ਐਂਟਰੀ ਦੀ ਪਰਮਿਸ਼ਨ ਤੁਹਾਨੂੰ ਉੱਥੋਂ ਦੇ ਐਂਟਰੀ ਕਲੀਅਰੈਂਸ ਆਫਿਸਰ, ਇਮੀਗ੍ਰੇਸ਼ਨ ਆਫਿਸਰ ਨੇ ਦੇਣੀ ਹੈ ਜਦ ਤੁਸੀਂ UK ਲੈਂਡ ਕਰਦੇ ਹੋ। ਉਹ ਜੇ ਕਨਵਿੰਸ ਹੈ ਤੁਹਾਡੀ ਗੱਲਬਾਤ ਤੋਂ, ਤੁਹਾਡੇ ਜਵਾਬਾਂ ਤੋਂ, ਐਂਟਰੀ ਦੇਏਗਾ, ਨਹੀਂ ਤਾਂ ਤੁਹਾਨੂੰ ਉੱਥੋਂ ਹੀ ਡਿਪੋਰਟ ਕਰਨ ਦੇ ਰਾਈਟ ਰੱਖਦਾ ਹੈ। ਹੁਣ ਜਿਹੜਾ ਬੰਦਾ ਡਿਪੋਰਟ ਹੁੰਦਾ ਹੈ ਤੇ ਆ ਕੇ ਕਹਿੰਦਾ UK ਨੇ ਡਿਪੋਰਟ ਕਰਤਾ, ਏਜੰਟ ਨੇ ਡਿਪੋਰਟ ਕਰਤਾ। ਬਿਲਕੁਲ। ਬਟ ਜੇ ਤੁਸੀਂ ਪ੍ਰੋਸੈਸ ਨੂੰ ਸਮਝ ਕੇ ਚੱਲੋਗੇ ਤਾਂ ਸਵਾ ਆ ਜਿਹੜੇ ਲਾਈਨਾਂ ਨੇ ਨਾ ਡਿਪੋਰਟ ਵਾਲੀਆਂ ਜਾਂ ਸ਼ਬਦ ਵੀ ਹੈ, ਇਹ ਉਸ ਇਨਕਲੂਡ ਹੀ ਨਹੀਂ ਹੋਣਗੇ ਤੁਹਾਡੇ ਜਰਨੀ ਦੇ ਵਿੱਚ। ਜੀ ਬਿਲਕੁਲ। ਵੈਸੇ ਵੀ ਅਗਰ ਕੋਈ ਵੀ ਸਟੂਡੈਂਟ ਹੈ ਉਹ ਮਨ ਬਣਾਉਂਦਾ ਹੈ ਕਿ ਮੈਂ ਆਪਣੇ ਦੇਸ਼ ਤੋਂ ਦੂਸਰੇ ਦੇਸ਼ ਵਿੱਚ ਜਾਣਾ, ਤਾਂ ਉਹਨੂੰ ਪੂਰੀ ਤਰੀਕੇ ਨਾਲ ਪ੍ਰਿਪੇਅਰ ਹੋ ਕੇ ਹੀ ਜਾਣਾ ਚਾਹੀਦਾ ਹੈ। ਸੋ ਕਈ ਤਰ੍ਹਾਂ ਦੇ ਚੈਲੰਜਸ ਅੱਗੇ ਵੀ ਆਉਂਦੇ ਨੇ। ਸੋ ਇੱਕ ਜੈਨੂਇਨ ਵੇ ਦੇ ਨਾਲ, ਤਿਆਰੀ ਦੇ ਨਾਲ ਅਗਰ ਤੁਸੀਂ ਅੱਗੇ ਵਧਦੇ ਹੋ ਤਾਂ ਤੁਹਾਨੂੰ ਅੱਗੋਂ ਕੋਈ ਵੀ ਡਰ ਪੈ ਨਹੀਂ ਰਹਿੰਦਾ ਆਪਣੇ ਫਿਊਚਰ ਨੂੰ ਬ੍ਰਾਈਟ ਕਰਨ ਲਈ। ਆਸਟ੍ਰੇਲੀਆ ਦੀ ਵੀ ਗੱਲ ਕਰ ਲਈਏ ਸਰ, ਜੋ ਰਿਫਿਊਜ਼ਲ ਰੇਟ ਇੱਕਦਮ ਹੁਣ ਵਧਣ ਲੱਗ ਗਿਆ ਹੈ। ਸਟੂਡੈਂਟਸ ਪਹਿਲਾਂ ਬਹੁਤ ਸੋਚ ਰਹੇ ਸੀ ਕਿ ਚਲੋ ਕੈਨੇਡਾ ਜਿਨ੍ਹਾਂ ਦੇ ਰਿਫਿਊਜ਼ਲਸ ਆਏ ਸੀ ਕਿ ਅਸੀਂ ਆਸਟ੍ਰੇਲੀਆ ਕਰਦੇ ਹਾਂ, ਪਰ ਹੁਣ ਕਿਸ ਤਰੀਕੇ ਨਾਲ ਦੇਖਦੇ ਹੋ ਜੋ ਰਿਫਿਊਜ਼ਲ ਰੇਟ ਇੱਥੇ ਵੀ ਆਸਟ੍ਰੇਲੀਆ ਵਿੱਚ ਵੀ ਵਧਣ ਲੱਗ ਗਿਆ? ਦੇਖੋ ਆਸਟ੍ਰੇਲੀਆ ਦਾ ਹਮੇਸ਼ਾ ਇੱਕ ਫੇਜ਼ ਰਿਹਾ ਜੀ ਬੈਕ ਟੂ ਬੇਸਿਕ ਵਾਲਾ। ਜਦ ਆਪਾਂ ਗੱਲ ਕਰੀਏ 2007-8 ਦੇ ਆਸਟ੍ਰੇਲੀਆ ਦੀ, ਉਦੋਂ ਡਾਕੂਮੈਂਟੇਸ਼ਨ ਬਹੁਤ ਵੱਡਾ ਤੇ ਵਨ ਆਫਟਰ ਅਨਦਰ ਲੱਗਦਾ ਸੀ। ਮਤਲਬ ਇੱਕ ਸਟੇਟਮੈਂਟ ਦਿੱਤੀ ਗਈ ਹੈ, ਦੂਜਾ ਡਾਕੂਮੈਂਟ ਨਾਲ ਲੱਗਦਾ ਸੀਗਾ। ਵਿਦ SSVF ਦੇ ਆਉਣ ਕਰਕੇ ਉਹ ਡਾਕੂਮੈਂਟੇਸ਼ਨ AL1 ਤੇ AL2 ਦੇ ਵਿੱਚ ਡਿਸਟ੍ਰੀਬਿਊਟ ਹੋ ਗਿਆ ਤੇ ਅੰਬੈਸੀ ਡਾਇਰੈਕਸ਼ਨ ਦਿੰਦੀ ਹੈ, ਏਜੰਟ ਬਣਦਾ ਹੈ, ਸਟੂਡੈਂਟ ਕੋਲ ਉਹੀ ਕਾਗਜ਼ ਆਉਂਦੇ ਨੇ। ਪਰ ਜਿਹੜਾ ਪਿਛਲੇ 10 ਦਿਨਾਂ 'ਚ ਰਿਫਿਊਜ਼ਲ ਦਾ ਸਿਲਸਿਲਾ ਲੱਗਿਆ ਉਹ ਬੇਸਿਕਲੀ ਉਹਨਾਂ ਯੂਨੀਵਰਸਿਟੀਜ਼ ਲੱਗਿਆ ਜਿਹੜੀਆਂ ਕਿ ਬੜੀਆਂ ਪੋਪੂਲਰ ਨੇ ਤੇ ਐਂਟਰੀ ਕ੍ਰਾਈਟੇਰੀਆ ਘੱਟ ਹੈ ਜਿਨ੍ਹਾਂ ਦਾ। ਨੰਬਰ 1। ਨੰਬਰ 2 ਡਾਕੂਮੈਂਟੇਸ਼ਨ। ਹੁਣ ਬੱਚਾ ਕਹਿੰਦਾ ਹੈਗਾ ਕਿਉਂਕਿ ਆਪਣੇ ਇੱਥੇ
ਰਿਵਾਜ਼ ਨਹੀਂ ਹੈਗਾ ਕਾਗਜ਼ ਇਕੱਠੇ ਕਰਨ ਦਾ। ਉਹ ਕਹਿੰਦਾ ਸੌਖੇ ਤੋਂ ਸੌਖਾ ਕੰਟਰੀ ਤੋਂ ਜਿੱਥੇ ਭੱਜ ਦੌੜ ਘੱਟ ਹੋਵੇ। ਵੈਲ ਜੇ ਭੱਜ ਦੌੜ ਵਾਲੀ ਗੱਲ ਹੈ, ਆਸਟ੍ਰੇਲੀਆ ਅਪਲਾਈ ਨਹੀਂ ਕਰਨਾ, ਕਿਉਂਕਿ ਆਸਟ੍ਰੇਲੀਆ ਤਾਂ ਹਰ ਕਾਗਜ਼ ਦਾ ਸਬੂਤ ਮੰਗਦਾ ਹੈ। ਉਹਨਾਂ ਦਾ ਇੱਕ ਟਰਮ ਨਾ ਬੜਾ ਫੇਮਸ ਹੈ, ਸਾਨੂੰ ਉਹ ਕਾਗਜ਼ ਦਿਓ ਜਿਹੜਾ ਥਰਡ ਪਾਰਟੀ ਵੈਰੀਫਿਕੇਸ਼ਨ ਹੋਵੇ। ਥਰਡ ਪਾਰਟੀ ਮਤਲਬ ਜਿੱਥੇ ਤੁਹਾਡਾ ਜ਼ੋਰ ਨਾ ਚੱਲਦਾ ਹੋਵੇ, ਜਿੱਥੇ ਉਹਨਾਂ ਦਾ ਜ਼ੋਰ ਨਾ ਚੱਲਦਾ ਹੋਵੇ। ਫੋਰ ਐਗਜ਼ਾਮਪਲ ਤੁਸੀਂ ਐਗਰੀਕਲਚਰ ਇਨਕਮ ਦਾ ਆਪਣੇ ਕਾਗਜ਼ ਦਿੰਦੇ ਹੋ, ਸਾਨੂੰ ਉਹ ਡਾਕੂਮੈਂਟ ਦਿਓ ਜਿਹੜਾ ਆਨਲਾਈਨ ਵੈਰੀਫਾਈਬਲ ਹੋ ਸਕੇ। ਜੇ ਤੁਸੀਂ ਸਾਨੂੰ ਜੇ ਫਾਰਮ ਲੋਕਲ ਮੰਡੀ ਤੋਂ ਕਟਾ ਕੇ ਦਿੰਦੇ ਹੋ ਜਿਹਦੇ ਉੱਪਰ QR ਕੋਡ ਨਹੀਂ ਹੈਗਾ ਤੇ ਅਸੀਂ ਉਹਨੂੰ ਵੈਰੀਫਾਈ ਨਹੀਂ ਕਰ ਸਕਦੇ, ਤਾਂ ਉਹ ਕਾਗਜ਼ ਉਹ ਮੰਨਣਗੇ ਹੀ ਨਹੀਂ। ਉਹ ਕਾਗਜ਼ ਜਿਹੜਾ ਅੱਜ ਦੀ ਡੇਟ ਦੇ ਵਿੱਚ ਆਨਲਾਈਨ ਬੋਲਦਾ ਹੈ, ਉਹ ਤੁਹਾਡਾ ਤਹਿਸੀਲਦਾਰ ਸਰਟੀਫਿਕੇਟ ਹੋ ਸਕਦਾ ਹੈ, ਤੁਹਾਡੇ ਜੇ ਫਾਰਮ ਹੋ ਸਕਦੇ ਨੇ, ਤੁਸੀਂ ਆਪਣੀ ਫਸਲ ਵੇਚਦੇ ਪਏ ਹੋ ਤੇ ਆੜਤੀ ਬੈਂਕਾਂ 'ਚ ਪੈਸੇ ਦਿੰਦਾ ਪਿਆ, ਉਹ ਬੈਂਕ ਸਟੇਟਮੈਂਟ ਹੋ ਸਕਦੀ ਹੈ ਪਿਛਲੀ 4 ਫਸਲਾਂ ਦੀ, ਦੈਟ ਮੀਨ 2 ਇਅਰਸ ਦੀ ਬੈਂਕ ਸਟੇਟਮੈਂਟ, ਜਦ ਤੁਸੀਂ ਅੰਬੈਸੀ ਦੇਣੀ ਹੈ। ਇਹ ਥਰਡ ਪਾਰਟੀ ਵੈਰੀਫਿਕੇਸ਼ਨ ਦਾ ਹਿੱਸਾ ਨੇ। ਹੁਣ ਜਿੱਥੇ ਜਿੱਥੇ ਥਰਡ ਪਾਰਟੀ ਵੈਰੀਫਿਕੇਸ਼ਨ ਨਹੀਂ ਆਉਂਦੀ, ਤੁਸੀਂ ਲੋਕਲ ਕਾਗਜ਼ ਦਿੰਦੇ ਹੋ, ਅੰਬੈਸੀ ਦਾ ਪਹਿਲਾਂ ਹੀ ਮਨ ਬਣਿਆ ਹੁੰਦਾ ਹੈ ਇਹ ਅਸੀਂ ਕੰਸੀਡਰ ਹੀ ਨਹੀਂ ਕਰਨਾ। ਦੂਸਰਾ ਐਲੀਕੋਜ਼ ਜਿਹੜਾ ਹੈਗਾ ਉਹਨਾਂ ਦੇ ਐਜੂਕੇਸ਼ਨ ਸਿਸਟਮ ਦਾ ਹਿੱਸਾ ਹੈ, ਬਟ ਅੱਜ ਟਾਈਮ ਨਹੀਂ ਹੈਗਾ ਐਲੀਕੋਜ਼ ਪਲੱਸ ਆਪਣੇ ਕੋਈ ਮੇਨ ਕੋਰਸ ਲਈ ਜਾਣ ਦਾ, ਕਿਉਂਕਿ ਹਾਈ ਕਮਿਸ਼ਨ ਇਹ ਮੰਨ ਕੇ ਚੱਲਦਾ ਹੈ ਇੰਗਲਿਸ਼ ਦਾ ਪੇਪਰ 15,000 'ਚ ਦੁਆਰਾ ਦਿੱਤਾ ਜਾ ਸਕਦਾ ਹੈ, ਤਾਂ ਤੁਸੀਂ ਉਸ ਚੀਜ਼ ਪਿੱਛੇ ਲੱਖ 2 ਲੱਖ ਰੁਪਏ ਕਾਹਨੂੰ ਖਰਚਦੇ ਪਏ ਹੋ। ਬਿਲਕੁਲ, ਦੈਟ ਇਜ਼ ਵਨ ਕ੍ਰਾਈਟੀਰੀਆ। ਥਰਡ, 2021 ਪਾਸ ਆਊਟ ਬੱਚਾ ਜਿਹੜਾ +2 ਪਾਸ ਆਊਟ ਹੈ ਤੇ ਪਿਛਲੇ 1 ਸਾਲ ਉਹਨੇ ਕੁਛ ਨਹੀਂ ਕੀਤਾ, ਕੁਛ ਨਹੀਂ ਕੀਤਾ, ਜੇ ਕੈਨੇਡਾ ਰਿਫਿਊਜ਼ਲ ਹੈ ਡੈਫੀਨੇਟਲੀ ਉਹਨੂੰ ਆਪਣੀ ਐਪਲੀਕੇਸ਼ਨ ਦਾ ਹਿੱਸਾ ਬਣਾ ਸਕਦੇ ਹੋ, ਐਡਮਿਸ਼ਨ ਦੇ ਵਿੱਚ ਵੀ ਤੇ ਵੀਜ਼ਾ ਫਾਈਲ ਦੇ ਵਿੱਚ ਵੀ। ਯੂਨੀਵਰਸਿਟੀ ਤੋਂ ਨਹੀਂ ਲੁਕਾਉਣਾ, ਕਿਉਂਕਿ ਉਹ ਉਹਨਾਂ ਦੇ GT ਦਾ ਹਿੱਸਾ ਬਣਦਾ ਹੈ। ਆਪਣੀ ਫਾਈਲ ਨੂੰ ਉਸੇ ਤਰੀਕੇ ਨਾਲ ਪੇਸ਼ ਕਰੋ ਜਿਹਦੇ ਵਿੱਚ ਸਭ ਤੋਂ ਜ਼ਿਆਦਾ ਡਾਕੂਮੈਂਟੇਸ਼ਨ ਤੁਸੀਂ ਅੱਜ ਹਾਈ ਕਮਿਸ਼ਨ ਨੂੰ ਸਪਲਾਈ ਕਰ ਸਕੋ। ਅਗੇਨ ਗੱਲਾਂ ਬਹੁਤ ਚੱਲਦੀਆਂ ਨੇ ਜੀ, AL2 ਹੈ, AL1 ਦਾ ਵੀਜ਼ਾ ਨਹੀਂ ਆਉਂਦਾ, AL2 ਦਾ ਵੀਜ਼ਾ ਨਹੀਂ ਆਉਂਦਾ। ਇਹ ਗੱਲਾਂ ਨੇ, ਹਾਈ ਕਮਿਸ਼ਨ ਹਰੇਕ ਵਾਸਤੇ ਇੱਕ ਹੈ, ਉਹ ਉਸੇ ਤੇ ਵੀਜ਼ਾ ਦੇਗੀ ਜਦ ਡਾਕੂਮੈਂਟੇਸ਼ਨ ਤੋਂ ਕਨਵਿੰਸ ਹੋਏਗੀ। ਡਾਕੂਮੈਂਟੇਸ਼ਨ ਤੁਹਾਡੇ ਕੋਲ 1 ਦੇ 4 ਸਬੂਤ ਨੇ, ਡੈਫੀਨੇਟਲੀ ਗੋ ਵਿਦ ਇਟ। ਹੁਣ ਛੋਟਾ ਜਿਹਾ ਐਗਜ਼ਾਮਪਲ ਦਿੰਦਾ ਮੈਰਿਡ ਐਪਲੀਕੈਂਟ ਵਾਸਤੇ, ਜੇ 90% ਤੁਹਾਡੀ ਫੰਡਿੰਗ ਜਿਹੜੀ ਹੈ ਇਨ-ਲॉज ਦੀ ਹੈ ਤੇ 10% ਪੇਰੈਂਟਸ ਦੀ ਹੈ, ਕਿ ਇਹ ਐਕਚੁਅਲ ਦੇ ਵਿੱਚ GT ਹੈਗਾ ਐਂਡ ਤੁਹਾਡਾ ਵਿਆਹ 1 ਸਾਲ ਜਾਂ 1.5 ਸਾਲ ਪੁਰਾਣਾ ਹੈ, ਦਾ ਆਨਸਰ ਇਜ਼ ਨੋ। ਕਿਉਂਕਿ ਸਾਲ ਦੇ 2 ਸਾਲ ਜਾਂ 3 ਸਾਲ ਜਿਹੜੇ ਵਿਆਹ ਦੇ ਹੁੰਦੇ ਨੇ ਉਹਦੇ ਵਿੱਚ ਬੇਸਿਕਲੀ ਉਤਾਰ ਚੜਾਅ ਬਥੇਰੇ ਆਉਂਦੇ ਨੇ। ਜਿੰਨੇ ਵੀ ਆਪਾਂ ਮੈਰਿਡ ਲਾਈਫ 'ਚ ਹੁੰਦੇ ਨੇ ਤਾਂ 2-3 ਸਾਲ ਆਪਾਂ ਲਰਨਿੰਗ ਫੇਜ਼ ਹੁੰਦੇ ਨੇ, ਇੱਕ ਨਵੇਂ ਫੈਮਿਲੀ 'ਚ ਐਡਜਸਟ ਕਿਵੇਂ ਕਰਨਾ ਤੇ ਕਿਵੇਂ ਨਹੀਂ ਕਰਨਾ। ਹੁਣ ਉਹਦੇ ਵਿੱਚ ਜੇ 90% ਤੁਹਾਡੀ ਫੰਡਿੰਗ ਇਨ-ਲॉज ਦੀ ਆ ਜਾਂਦੀ ਹੈ, ਕਿਤੇ ਨਾ ਕਿਤੇ ਹਾਈ ਕਮਿਸ਼ਨ ਉਹਨੂੰ ਇੱਕ ਤਰੀਕੇ ਨਾਲ ਦੇਖਦਾ ਹੈ ਦੈਟ ਇਹ ਬਾਹਰ ਭੇਜਣ ਦਾ ਹੀ ਇੱਕ ਮਕਸਦ ਜਾਂ ਪਲਾਨ ਸੀਗਾ, ਤੇ ਉਹ ਨੌਨ GT ਬਣ ਜਾਂਦਾ। ਦੇਖੋ ਆਸਟ੍ਰੇਲੀਆ ਸਬਜੈਕਟਿਵ ਹੈਗਾ, ਸਬਜੈਕਟਿਵ ਸਿਰਫ ਤੁਹਾਡੀ ਉਹ ਪ੍ਰੋਫਾਈਲ ਆਇਲਸ ਤੇ ਪੈਸੇ ਨਹੀਂ ਦੇਖਦਾ, ਉਹ ਪਿੱਛੇ ਜਾ ਕੇ ਦੇਖਦਾ ਇਸ ਇਲਾਕੇ 'ਚੋਂ ਜਿਹੜਾ ਬੰਦਾ ਬਾਹਰ ਜਾਂਦਾ ਉਹਦੀ ਸੋਚ ਕੀ ਹੈਗੀ ਹੈ ਜੀ। ਕੈਨੇਡਾ ਦਾ ਇੱਕ ਡਿਫਰੈਂਟ ਪੈਟਰਨ ਹੈਗਾ ਐਂਡ UK ਦਾ ਬਿਲਕੁਲ ਡਿਫਰੈਂਟ ਪੈਟਰਨ ਹੈ। ਅੱਜ ਸਪਾਊਸ ਕੇਸਿਸ ਦੀ ਹੀਟ UK ਵਿੱਚ ਵੀ ਆਉਣੀ ਸ਼ੁਰੂ ਹੋ ਗਈ ਹੈ, ਜਿਵੇਂ ਆਪਾਂ ਡਿਸਕਸ ਕੀਤਾ, ਉੱਥੇ ਵੀ ਉਹਨੂੰ ਲੋ ਸਕਿਲਡ ਦਾ ਟੈਗ ਦਿੱਤਾ ਜਾ ਰਿਹਾ ਹੈਗਾ ਸਪਾਊਸਸ ਨੂੰ। ਆਸਟ੍ਰੇਲੀਆ ਸ਼ਾਇਦ ਉਸ ਚੀਜ਼ ਤੋਂ ਪਹਿਲਾਂ ਹੀ ਪੈਰਾਮੀਟਰ ਨਾਲ ਅੱਗੇ ਚੱਲਦਾ ਪਿਆ ਹੈਗਾ। ਤਾਂ ਜੇ ਆਸਟ੍ਰੇਲੀਆ ਦੀ ਫਾਈਲਿੰਗ ਕਰਨੀ ਹੈ, ਘੱਟੋ ਘੱਟ 2 ਸਾਲ ਦੀਆਂ ਇਨਕਮ ਟੈਕਸ ਰਿਟਰਨਾਂ ਜਾਂ 2 ਸਾਲ ਦੇ ਸਟੇਬਲ ਆਮਦਨ ਦੇ ਪ੍ਰੂਫ ਹੋਣੇ ਚਾਹੀਦੇ ਨੇ। ਫਿਰ ਆਪਣੇ ਆਸਟ੍ਰੇਲੀਆ ਨੂੰ ਆਪਣਾ ਡੈਸਟੀਨੇਸ਼ਨ ਅਗਲਾ ਜਨਵਰੀ ਔਰ ਫਰਵਰੀ ਇਨਟੇਕ ਨੂੰ ਮੰਨ ਕੇ ਚੱਲੋ, ਅਦਰਵਾਈਜ਼ ਡੋਂਟ ਡੂ ਆਸਟ੍ਰੇਲੀਆ, ਕਿਉਂਕਿ ਕਿਤੇ ਨਾ ਕਿਤੇ ਇਹ 4 ਮਹੀਨੇ 5 ਮਹੀਨੇ ਬਾਅਦ ਆਪਣਾ ਰਿਜੈਕਸ਼ਨ ਦਾ ਕਾਰਨ ਬਣ ਸਕਦਾ ਹੈਗਾ, ਲੈਕ ਆਫ ਡਾਕੂਮੈਂਟੇਸ਼ਨ। ਹਾਈ ਕਮਿਸ਼ਨ ਨੇ ਸਿਰਫ ਕਾਗਜ਼ਾਂ ਤੇ ਵੀਜ਼ਾ ਦੇਣਾ ਹੈ, SOP ਜਿੰਨਾ ਮਰਜ਼ੀ ਬੰਬ ਬਣਾ ਲਓ, ਕਾਗਜ਼ ਸਫੀਸ਼ੀਐਂਟ ਨਹੀਂ ਹੈਗੇ ਔਰ SOP ਦੇ ਵਿੱਚ ਕਮੀ ਹੈ, ਇਟਸ ਅ ਕੰਪਲੀਮੈਂਟ ਆਫ ਬੋਥ। ਬਿਲਕੁਲ ਤੇ ਪ੍ਰੋਫਾਈਲ ਤੇ ਕਿਤੇ ਨਾ ਕਿਤੇ। ਐਂਡ ਥਰਡ ਥਿੰਗ, ਜਰਨਲ ਪ੍ਰੋਫਾਈਲਸ ਵੈਰੀ ਇੰਪੋਰਟੈਂਟ। ਤੁਸੀਂ BA ਕੀਤੀ ਹੈ, BA ਦੇ ਵਿੱਚ ਕੋਈ ਸਬਜੈਕਟ ਨਹੀਂ ਲਿੱਤਾ ਪੜ੍ਹਾਈ ਵਾਲਾ, MBA ਕਰਨ ਜਾਂਦੇ ਪਏ ਹੋ, ਬੜੀ ਜਰਨਲ ਜੀ ਪ੍ਰੋਫਾਈਲ ਆ, ਵੀਜ਼ਾ ਚਾਂਸਸ ਆਰ ਵੈਰੀ ਲੈਸ, ਕਿਉਂਕਿ ਅੱਜ ਦਾ ਟਾਈਮ ਸਪੈਸ਼ਲਾਈਜ਼ਡ ਐਂਡ ਮਾਈਕਰੋ ਸਪੈਸ਼ਲਾਈਜ਼ਡ ਕੋਰਸਿਸ ਦਾ ਹੈਗਾ। ਉਸ ਦੌਰਾਨ ਵਿੱਚ ਤੁਸੀਂ BA ਤੋਂ ਬਾਅਦ ਇੱਕ ਜਰਨਲ ਡਿਗਰੀ ਲੈ ਕੇ ਜਾਂਦੇ ਪਏ ਹੋ ਤੇ ਬਾਕੀ ਡਾਕੂਮੈਂਟੇਸ਼ਨ ਉਹਨੂੰ ਸਪੋਰਟ ਨਹੀਂ ਕਰਦੇ ਪਏ, ਤਾਂ ਕਿਤੇ ਨਾ ਕਿਤੇ ਇੱਕ ਕੁਐਸਚਨ ਮਾਰਕ ਬਣ ਜਾਂਦਾ ਹੈ ਪੂਰੀ ਪ੍ਰੋਫਾਈਲ ਦੇ ਉੱਤੇ ਤੇ ਵੀਜ਼ਾ ਆਫਿਸਰ ਵਾਸਤੇ ਕਿ ਤੁਹਾਨੂੰ ਵੀਜ਼ਾ ਦੇਵੇ ਕਿ ਨਾ ਦੇਵੇ। ਤੇ ਇੱਕ ਬੇਸਿਕ ਕ੍ਰਾਈਟੀਰੀਆ ਜਾਂ ਬੇਸਿਕ ਰੀਜ਼ਨ ਜਿਹੜਾ ਉਹ ਰਿਫਿਊਜ਼ਲ ਦਾ ਦੇ ਰਿਹਾ ਹੈ ਨਾ, ਉਹ ਉਸ 'ਚ ਇਹ ਲਿਖ ਕੇ ਦੇ ਰਿਹਾ ਵੀ ਤੁਹਾਡੇ ਇੰਡੀਆ ਦੇ ਹਾਲਾਤ ਤੋਂ ਜ਼ਿਆਦਾ ਤੁਹਾਡੇ ਆਸਟ੍ਰੇਲੀਆ ਦੇ ਹਾਲਾਤ ਹੋਣਗੇ
ਤਾਂ ਸਾਨੂੰ ਇਹ ਇੰਡੀਕੇਸ਼ਨ ਹੈ ਤੁਸੀਂ ਵਾਪਸ ਨਹੀਂ ਆਓਗੇ। ਹੁਣ ਇੰਡੀਆ ਦੇ ਹਾਲਾਤ, ਤੁਹਾਡੇ ਇਨਕਮ ਡਾਕੂਮੈਂਟੇਸ਼ਨ, ਤੁਹਾਡੇ ਫੈਮਿਲੀ ਦੀ ਪਾਰਟਿਸਿਪੇਸ਼ਨ ਔਰ ਲੋਟ ਮੈਨੀ ਅਦਰ ਫੈਕਟਰਸ, ਤੁਸੀਂ ਪ੍ਰਾਪਰਟੀ ਕਿੰਨੀ ਦਿਖਾਉਂਦੇ ਪਏ ਹੋ ਕਿੰਨੀ ਨਹੀਂ ਦਿਖਾਉਂਦੇ ਪਏ, ਤੇ ਉਹਨਾਂ ਤੇ ਡਿਪੈਂਡ ਕਰਦਾ ਹੈਗਾ। ਤਾਂ ਆਪਣੀ ਫਾਈਲ 'ਚ ਜੋ ਤੁਹਾਨੂੰ ਲੱਗਦਾ ਕਾਗਜ਼ ਫਾਲਤੂ ਵੀ ਹੈ ਨਾ, ਉਹਨੂੰ ਵੀ ਵਿੱਚ ਇਨਕਲੂਡ ਕਰੋ ਜਿਹੜਾ ਕਿ ਕੰਟਰੀਬਿਊਟ ਕਰੇ ਤੁਹਾਡੀ ਵੀਜ਼ਾ ਫਾਈਲ ਦੇ ਵਿੱਚ। ਜੀ ਬਿਲਕੁਲ। ਸੋ ਉਮੀਦ ਕਰਦੇ ਹਾਂ ਜੋ ਵੀ ਆਪਾਂ ਸ਼ੋਅ ਦੇ ਵਿੱਚ ਡਿਸਕਸ਼ਨ ਕਰ ਰਹੇ ਹਾਂ ਤੁਸੀਂ ਇਸ ਜਾਣਕਾਰੀ ਦਾ ਵੱਧ ਤੋਂ ਵੱਧ ਫਾਇਦਾ ਜ਼ਰੂਰ ਚੱਕੋਗੇ। ਪਰ ਫਿਰ ਵੀ ਤੁਹਾਡਾ ਵੀ ਆਪਣਾ ਕੋਈ ਸਵਾਲ ਹੋਵੇ ਤਾਂ ਲਗਾਤਾਰ ਜੋ ਨੰਬਰ ਡਿਸਪਲੇ ਹੋ ਰਿਹਾ ਇਸ ਉੱਪਰ ਕਾਲ ਕਰਕੇ ESS ਗਲੋਬਲ ਇਮੀਗ੍ਰੇਸ਼ਨਸ ਦੀ ਟੀਮ ਦੇ ਨਾਲ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ESS ਗਲੋਬਲ ਦੀ ਜਿੰਨੇ ਵੀ ਐਡਰੈਸ ਡਿਟੇਲਸ ਹੈ ਸਕਰੋਲ ਦੇ ਵਿੱਚ ਚੱਲ ਰਹੀ ਹੈ, ਤੁਸੀਂ ਜ਼ਰੂਰ ਤੁਹਾਨੂੰ ਜਿੱਥੇ ਨੇੜੇ ਲੱਗੇ, ਈਜ਼ੀ ਲੱਗੇ, ਆਪਣੇ ਡਾਕੂਮੈਂਟਸ ਲੈ ਕੇ ਵਿਜ਼ਿਟ ਕਰੋ ਕਿਉਂਕਿ ਟਾਈਮਲੀ ਜੋ ਹੈ ਕੁਛ ਨਾ ਕੁਛ ਅਪਡੇਟਸ ਆਉਂਦੇ ਰਹਿੰਦੇ ਨੇ। ਸੋ ਤੁਸੀਂ ਇਸੇ ਲਈ ਆਪਣੀ ਪ੍ਰੋਫਾਈਲ ਦੀ ਅਸੈਸਮੈਂਟ ਜ਼ਰੂਰ ਟਾਈਮਲੀ ਕਰਵਾਓ ਤਾਂ ਕਿ ਤੁਹਾਨੂੰ ਪਤਾ ਚੱਲ ਸਕੇ ਕਿ ਕਿੱਥੇ ਐਲੀਜੀਬਲ ਹੋ, ਫਟਾਫਟ ਅਪਲਾਈ ਕਰ ਲਓ ਕਿਉਂਕਿ ਜਿਸ ਤਰੀਕੇ ਨਾਲ ਸਰ ਨੇ ਦੱਸਿਆ ਕਿ ਅਗਰ UK ਦੀ ਪਹਿਲਾਂ ਆਪਾਂ ਗੱਲ ਕੀਤੀ ਹੈ ਕਿ ਹੋ ਸਕਦਾ ਹੈ ਕਿ ਅੱਗੋਂ ਫਿਊਚਰ ਦੇ ਵਿੱਚ ਕੁਝ ਚੇਂਜਸ ਆ ਜਾਣਗੀਆਂ। ਸੋ ਉਹਨਾਂ ਚੀਜ਼ਾਂ ਨੂੰ ਵੇਖਦੇ ਹੋਏ ਹੀ ਤੁਸੀਂ ਅਪਲਾਈ ਕਰੋ। ਆਸਟ੍ਰੇਲੀਆ ਦੀ ਫਿਲਹਾਲ ਆਪਾਂ ਗੱਲ ਕਰ ਰਹੇ ਹਾਂ, ਰਿਫਿਊਜ਼ਲਸ ਦੀ ਗੱਲ ਕਰ ਰਹੇ ਹਾਂ। ਸਰ ਕੀ ਲੱਗਦਾ ਹੈ ਕਿ ਕੁਝ ਕੰਸਲਟੈਂਟਸ ਦੀਆਂ ਵੀ ਗਲਤੀਆਂ ਹੁੰਦੀਆਂ ਨੇ ਜਿਸ ਕਰਕੇ ਜਿਹੜੀ ਦੂਸਰੀ ਕੰਟਰੀ ਦੀ ਅੰਬੈਸੀ ਨੇ ਉਹਨਾਂ ਨੂੰ ਇਹ ਸਟੈਪ ਲੈਣੇ ਪੈਂਦੇ ਕਿ ਥੋੜਾ ਸਟ੍ਰਿਕਟ ਹੋਇਆ ਜਾਏ? ਦੇਖੋ, ਇੱਕ ਕੰਸਲਟੈਂਟ ਦਾ ਕੰਮ ਕੀ ਹੈ ਜੋ ਮੈਂ ਸਮਝਦਾ ਜੀ, ਚੰਗੀ ਗਾਈਡੈਂਸ ਦੇ ਨਾਲ ਤੇ ਆਪਣੀ ਨੌਲੇਜ ਦੇ ਨਾਲ ਉਸ ਕੇਸ ਨੂੰ ਅੱਗੇ ਲੈ ਕੇ ਜਾਣਾ, ਚੰਗੀ ਨੀਅਤ ਦੇ ਨਾਲ। ਜੀ ਹੁਣ ਜਦ ਇੱਕ ਬੱਚਾ ਕਹਿੰਦਾ ਭਾਜੀ ਆ ਕਾਗਜ਼ ਮੇਰੇ ਕੋਲ ਹੈ ਨਹੀਂ, ਜੇ ਮੈਂ ਉਹਦੀ ਗੱਲ ਮੰਨ ਕੇ ਐਜ਼ ਅ ਕੰਸਲਟੈਂਟ ਕੋਈ ਨਹੀਂ ਮੈਂ ਦੇਖਦਾ ਐ ਕਰ ਲਾਂਗਾ ਤਾਂ ਕਿਤੇ ਨਾ ਕਿਤੇ ਮੈਨੂੰ ਪਤਾ ਹੈ ਕਾਗਜ਼ਾਂ ਦਾ ਲਿਮਿਟੇਸ਼ਨ ਹਮੇਸ਼ਾ ਰਹੇਗਾ। ਬਿਲਕੁਲ। ਤੇ ਜੇ ਕਾਗਜ਼ਾਂ ਦਾ ਲਿਮਿਟੇਸ਼ਨ ਆ ਗਿਆ ਤੇ ਅੱਗੇ ਉਹ ਵੀਜ਼ਾ ਨਹੀਂ ਆਏਗਾ। ਅਗੇਨ ਕਲਾਇੰਟ ਨੇ ਕਹਿਣਾ ਤੁਸੀਂ ਮੈਨੂੰ ਕਿਹਾ ਸੀ ਆ ਹੋ ਗਿਆ। ਤਾਂ ਹਰੇਕ ਉਸ ਕੰਸਲਟੈਂਟ ਨੂੰ, ਹਰੇਕ ਉਸ ਕਲਾਇੰਟ ਨੂੰ ਇੱਕ ਬੇਨਤੀ ਹੈ ਜਿਹੜੀ ਚੈੱਕਲਿਸਟਾਂ ਦਿੱਤੀਆਂ ਗਈਆਂ ਨੇ ਉਹਨੂੰ ਪਾਲਣ ਕਰੋ ਤਾਂ ਕਿ ਆਪਣੇ ਵੀਜ਼ਾ ਚਾਂਸਸ ਵਧਾਓ। ਬਿਲਕੁਲ। ਜੇ ਤੁਹਾਨੂੰ ਲੱਗਦਾ ਅੱਜ ਤੁਸੀਂ ਉਸ ਕੰਟਰੀ ਲਈ ਐਲੀਜੀਬਲ ਨਹੀਂ ਹੈਗੇ ਹੋ ਡਾਕੂਮੈਂਟੇਸ਼ਨ ਦੇ ਬੇਸ ਦੇ ਉੱਤੇ, ਇਟ ਇਜ਼ ਬੈਟਰ ਨਾਟ ਟੂ ਅਪਲਾਈ ਕਿਉਂਕਿ ਆਪਣਾ ਟਾਈਮ ਤੇ ਪੈਸਾ ਖਰਾਬ ਹੁੰਦਾ ਹੈ। ਜੇ ਤੁਹਾਨੂੰ ਲੱਗਦਾ ਹੈ ਤੁਹਾਡੇ ਪਰਸੈਂਟੇਜ ਐਲੀਜੀਬਲ ਨਹੀਂ ਹੈਗੇ ਉਸ ਪਾਰਟਿਕੂਲਰ ਯੂਨੀਵਰਸਿਟੀ ਜਾਂ ਪਾਰਟਿਕੂਲਰ ਏਰੀਆ ਵਾਸਤੇ, ਇਟ ਇਜ਼ ਬੈਟਰ ਨਾਟ ਟੂ ਅਪਲਾਈ ਕਿਉਂਕਿ ਕੁਛ ਨਾ ਕੁਛ ਜੁਗਾੜ ਲੱਗੂਗਾ। ਜੁਗਾੜ ਲੱਗਿਆ ਤਾਂ ਉਹ ਕਿਤੇ ਨਾ ਕਿਤੇ ਕੱਲ ਸਾਹਮਣੇ ਆ ਕੇ ਤੁਹਾਡੇ ਫੇਸ ਤੇ ਆ ਜਾਏਗਾ ਵੀ ਆਹ ਜੁਗਾੜ ਲਾਇਆ ਸੀ, ਉਹਦਾ ਰੈਪਰੀਕੇਸ਼ਨ ਆ ਹੈਗਾ, ਉਹ ਬੈਨ ਵੀ ਹੋ ਸਕਦਾ ਹੈਗਾ। ਤਾਂ ਡਾਕੂਮੈਂਟੇਸ਼ਨ ਚੈੱਕਲਿਸਟ ਅੱਜ ਦੀ ਡੇਟ 'ਚ ਹਰੇਕ VFS ਦੀ ਵੈਬਸਾਈਟ ਤੇ ਅਵੇਲੇਬਲ ਹੈ, ਖੁੱਲ੍ਹਾ ਹੈ। ਡਾਊਨਲੋਡ ਕਰੋ, ਦੇਖੋ, ਉਹਦੀ ਇੰਟਰਪ੍ਰੀਟੇਸ਼ਨ ਕਰਾਓ ਵੀ ਇਹ ਕਾਗਜ਼ ਦਾ ਕੀ ਹੱਲ ਹੋ ਸਕਦਾ ਹੈ। ਅਗੇਨ ਛੋਟਾ ਜਿਹਾ ਐਗਜ਼ਾਮਪਲ ਆਸਟ੍ਰੇਲੀਆ 'ਚ ਦਿੰਦਾ ਹੈ, ਡੇਅਰੀ ਇਨਕਮ ਜੋ ਆਪਣੇ ਪੰਜਾਬ ਜਾਂ ਹਰਿਆਣੇ ਦੇ ਵਿੱਚ ਬੜੀ ਪਪੂਲਰ ਹੈ। ਜੀ, ਡੇਅਰੀ ਇਨਕਮ ਦੇ ਕਈ ਕੰਸਲਟੈਂਟ ਕਹਿੰਦੇ ਆ ਇਨਕਮ ਚੱਲਦੀ ਨਹੀਂ ਹੈ, ਬਟ ਇਟ ਇਜ਼ ਨਾਟ, ਉਹ ਚੱਲਦੀ ਨਹੀਂ ਹੈ। ਜਿਹੜਾ ਵੀ ਆਕੂਪੇਸ਼ਨ ਪ੍ਰੋਫੈਸ਼ਨ ਅੱਜ ਆਪਣੇ ਸੱਜੇ ਖੱਬੇ ਦੇਖਦੇ ਆ ਉਹਦੇ ਕਾਗਜ਼ ਹੋਣੇ ਚਾਹੀਦੇ ਆ ਪ੍ਰੋਪਰ। ਇੱਕ ਡਾਕਟਰ ਤੋਂ ਸਰਟੀਫਿਕੇਟ, ਵੈਟ ਡਾਕਟਰ ਤੋਂ ਤੁਹਾਡੇ ਪਸ਼ੂਆਂ ਦੀ ਉਹ ਸਿਹਤ ਦਾ ਵੀ ਯੈਸ ਇਹ ਤੰਦਰੁਸਤ ਹੈ। ਦੂਸਰਾ ਤੇ ਤੁਸੀਂ ਆਪਣੀ ਲਾਈਫ ਸਟਾਕ ਦੀਆਂ ਇੰਸ਼ੋਰੈਂਸ ਕਰਾ ਰੱਖੀਆਂ ਨੇ, ਉਹ ਇੰਸ਼ੋਰੈਂਸ ਦੀਆਂ ਕਾਪੀਆਂ ਦਿਓ। ਥਰਡ, ਜਿਹੜਾ ਤੁਸੀਂ ਜਿੱਥੇ ਦੁੱਧ ਸਪਲਾਈ ਕਰਦੇ ਹੋ ਉੱਥੋਂ ਲਿਖਤੀ ਕੁਛ ਨਾ ਕੁਛ ਤਾਂ ਹੋਣਾ ਹੀ ਚਾਹੀਦਾ ਹੈ, ਜ਼ਬਾਨੀ ਨਹੀਂ ਹੋਣਾ ਚਾਹੀਦਾ। ਚੌਥੇ, ਤੁਹਾਡੇ ਆਪਣੀ ਇਨਕਮ ਟੈਕਸ ਰਿਟਰਨ ਜਿੱਥੇ ਵੀ ਤੁਸੀਂ ਉਹ ਇਨਕਮ ਦਿਖਾਣੇ ਪਏ ਹੋ। ਤਾਂ ਅਗੇਨ ਜੇ ਹੋਰ ਬਹੁਤ ਸਾਰੇ ਚੀਜ਼ਾਂ ਹੋਣਗੀਆਂ, ਤੁਸੀਂ ਜਿੱਥੋਂ ਚਾਰਾ ਲੈਂਦੇ ਹੋ ਜਾਂ ਆਪਣੇ ਖੁਰਾਕ ਲੈਂਦੇ ਹੋ ਪਸ਼ੂਆਂ ਦੀ, ਉਹਨਾਂ ਦੇ ਬਿੱਲ ਦੀ ਕਾਪੀ, ਐਕਸੈਕਟਰਾ ਬਹੁਤ ਕੁਝ ਚੀਜ਼ਾਂ ਹੁੰਦੀਆਂ। ਜੇ ਆਪਾਂ ਐਕਚੁਅਲ ਦੇ ਵਿੱਚ ਕਿਸੇ ਵੀ ਆਕੂਪੇਸ਼ਨ ਦੇ ਵਿੱਚ ਦੇਖੀਏ ਵੀ ਇੱਕ ਬੰਦਾ ਉਹ ਆਕੂਪੇਸ਼ਨ ਨੂੰ ਕਿਵੇਂ ਚਲਾਉਂਦਾ ਪਿਆ, ਇਟ ਇਜ਼ ਨਾਟ ਓਨਲੀ 3 ਪੇਪਰਸ, 30 ਪੇਪਰ ਹੋਣਗੇ, 30 ਪੇਪਰ ਜਿਹੜਾ ਉਹਦੇ ਪੂਰੇ ਦੇ ਪੂਰੇ ਨੂੰ ਸਪਲਾਈ ਨੂੰ ਤੁਸੀਂ ਉਹਨੂੰ ਡਾਕੂਮੈਂਟਡ ਕਰ ਸਕਦੇ ਹੋ। ਸਾਰੇ ਡਾਕੂਮੈਂਟ ਦਿਓ। ਹਾਂ, ਹੁਣ ਕੰਸਲਟੈਂਟ ਨੂੰ ਹੋ ਸਕਦਾ ਉਹਦੀ ਨੌਲੇਜ ਨਾ ਹੋਵੇ। ਫॉर ਐਗਜ਼ਾਮਪਲ ਇੱਕ ਡੇਅਰੀ ਇਨਕਮ ਦਾ ਜਿਵੇਂ ਮੈਂ ਦਿੱਤਾ, ਉਹ 3 ਕਾਗਜ਼ਾਂ ਤੇ ਖੜਾ ਦਿੱਤਾ ਜਾਂਦਾ ਹੋਵੇ, ਹੋਰ ਅੱਗੇ ਉਹਨੂੰ ਨੌਲੇਜ ਨਾ ਹੋਵੇ ਵੀ ਹੋਰ ਕਿਹੜੇ ਕਾਗਜ਼ ਇਹਦਾ ਸਬੂਤ ਬਣ ਸਕਦੇ ਨੇ। ਤਾਂ ਕੰਸਲਟੈਂਟ ਦਾ ਰੋਲ ਉੱਥੇ ਆਉਂਦਾ ਹੈ ਬੇਸਿਕਲੀ, ਹਾਊ ਟੂ ਪ੍ਰੋਵਾਈਡ ਯੂ ਵਿਦ ਦ ਸੋਲੂਸ਼ਨਸ ਆਫ ਦ ਡਾਕੂਮੈਂਟੇਸ਼ਨ। ਬਿਲਕੁਲ ਸਹੀ ਕਿਹਾ ਤੁਸੀਂ। ਇਸ ਲਈ ਅਸੀਂ ਵੀ ਕੋਸ਼ਿਸ਼ ਕਰਦੇ ਹਾਂ ਕਿ ਸ਼ੋਅ ਦੇ ਜ਼ਰੀਏ ਬਿਲਕੁਲ ਸਹੀ ਜਾਣਕਾਰੀ ਤੁਹਾਡੇ ਤੱਕ ਪਹੁੰਚਾਈਏ ਤਾਂ ਕਿ ਤੁਹਾਡੇ ਡਾਕੂਮੈਂਟਸ ਹਮੇਸ਼ਾ ਜੈਨੂਇਨ ਵੇ ਦੇ ਨਾਲ ਤੁਸੀਂ ਰੈਡੀ ਕੀਤੇ ਹੋਣ ਤੇ ਤੁਹਾਨੂੰ ਕਿਤੇ ਵੀ ਕੋਈ ਦਿੱਕਤ ਨਾ ਆਵੇ। ਗੱਲ ਕੈਨੇਡਾ ਦੀ ਵੀ ਜ਼ਰੂਰ ਕਰਾਂਗੇ ਕਿਉਂਕਿ ਸਟੂਡੈਂਟ ਵੀਜ਼ਾ ਦੇ ਉੱਪਰ ਫੁੱਲ ਟਾਈਮ ਵਰਕ ਰਾਈਟ ਨੂੰ ਲੈ ਕੇ ਜੋ ਅਪਡੇਟ ਆਇਆ ਸਰ, ਉਹ ਵੀ ਜ਼ਰੂਰ ਦੱਸੋ ਕਿਉਂਕਿ ਕੈਨੇਡਾ ਤਾਂ ਹਮੇਸ਼ਾ ਹੀ ਫਸਟ ਆਪਸ਼ਨ ਹੁੰਦੀ ਹੈ ਸਟੂਡੈਂਟਸ ਲਈ। ਤੇ ਵਰਕ ਰਾਈਟ ਨੂੰ ਲੈ ਕੇ ਹੁਣ ਕੀ ਅਪਡੇਟ ਹੈ? ਵੈਲ, ਕੈਨੇਡਾ ਬਹੁਤ ਸਾਰੇ ਚੇਂਜਸ ਦਿਖਾਏਗਾ ਅਗਲੇ 3-4 ਮਹੀਨਿਆਂ ਦੇ ਵਿੱਚ। ਮੇਰੀ ਟ੍ਰਾਂਸਲੇਸ਼ਨ ਹੈ ਜੋ ਮਿਨਿਸਟਰ ਫਰੇਜ਼ਰ ਨੇ ਹਜੇ ਆਪਣੀ ਇੱਕ ਸਪੀਚ ਦਿੱਤੀ ਸੀਗੀ ਲਾਸਟ ਮੰਥ ਸੈਪਟੈਂਬਰ ਦੇ ਵਿੱਚ। ਜੀ, ਦੇ ਆਰ ਰੀਵੈਂਪਿੰਗ ਦ ਹੋਲ ਇਮੀਗ੍ਰੇਸ਼ਨ ਪ੍ਰੋਸੈਸ। ਪੂਰੇ ਦਾ ਪੂਰਾ ਸਿਸਟਮ ਨੌਕ ਕੋਡ ਨੂੰ ਟੀਅਰ ਸਿਸਟਮ ਦੇ ਵਿੱਚ ਲੈ ਕੇ ਆ ਰਹੇ ਹਨ। ਡਿਮਾਂਡ ਐਂਡ ਸਪਲਾਈ ਜੋ ਆਸਟ੍ਰੇਲੀਆ 'ਚ MODL ਹੁੰਦੀ ਸੀਗੀ, ਮੈਨੂੰ ਲੱਗਦਾ ਉਹੀ ਇੰਡੀਕੇਸ਼ਨ ਉਹ ਆਪਣੀ ਅਗਲੀ ਪਾਲਿਸੀਆਂ ਦੇਣਗੇ ਨਵੰਬਰ ਦੇ ਵਿੱਚ। ਵੈਲ, ਆਹ ਨਿਊਜ਼ ਆਣਾ ਦੈਟ ਜਿਹੜਾ ਉੱਥੇ ਸਟੂਡੈਂਟਸ ਨੂੰ 15 ਨਵੰਬਰ ਤੋਂ ਲੈ ਕੇ ਅਗਲੇ ਸਾਲ ਦਸੰਬਰ ਤੱਕ ਫੁੱਲ ਟਾਈਮ ਵਰਕ ਰਾਈਟ ਅਲਾਉਡ ਹੈ, ਉਹ ਲੇਬਰ ਮਾਰਕੀਟ ਦੀ ਸ਼ਾਰਟੇਜ ਨੂੰ ਐਡਰੈਸ ਕਰਨ ਵਾਸਤੇ ਹੈ।
ਬਹੁਤ ਵਾਰ ਆਪਾਂ ਸੁਣਦੇ ਹਾਂ ਕੈਨੇਡਾ ਬਹੁਤ ਬੰਦਿਆਂ ਦੀ ਲੋੜ ਹੈ, ਬੰਦਾ ਹੈ ਨਹੀਂ ਤੇ ਇਮੀਗ੍ਰੇਸ਼ਨ ਪ੍ਰੋਸੈਸ ਸਲੋ ਚੱਲਦਾ ਪਿਆ ਐਂਡ ਐਕਸੈਕਟਰਾ ਬਹੁਤ ਸਾਰੀ ਅਲੱਗ-ਅਲੱਗ ਚੀਜ਼ਾਂ ਆਉਂਦੀਆਂ ਨੇ। ਵੈਲ ਉਹਨਾਂ ਦੀ ਇਹ ਸਟੇਟਮੈਂਟ ਕੱਲ ਰਾਤੀ ਆਣਾ ਦੈਟ ਸਟੂਡੈਂਟ ਨੂੰ ਸਪੋਰਟ ਕਰੇਗੀ, ਸਟੂਡੈਂਟ ਨੂੰ ਸਪੋਰਟ ਕਰੇਗੀ ਖੁੱਲੇ ਹੋ ਕੇ ਕੰਮ ਕਰਨ ਦੇ, ਸਟੂਡੈਂਟ ਨੂੰ ਸਪੋਰਟ ਕਰੇਗੀ ਬਹੁਤ ਸਾਰੀ ਓਪਰਚੁਨਿਟੀਜ਼ ਆਉਣ ਦੇ, ਕਿਉਂਕਿ ਜਿੰਨਾ ਕੁ ਮੈਂ ਅੰਡਰਸਟੈਂਡ ਕੀਤਾ ਆਉਣ ਵਾਲੇ ਕਾਨੂੰਨ ਨੂੰ CEC ਕਲਾਸ ਜਿਹੜਾ ਕੈਨੇਡੀਅਨ ਐਕਸਪੀਰੀਅੰਸ ਕਲਾਸ ਹੈ ਜਾਂ ਜਿਹੜਾ ਉੱਥੇ ਟੂਰਿਸਟ ਵੀਜ਼ਾ ਹੈਗਾ ਕੱਲ੍ਹ ਉਹ ਵਰਕ ਪਰਮਿਟ ਤੇ ਕਨਵਰਟ ਹੋ ਗਿਆ, ਉਹਨਾਂ ਨੂੰ ਪ੍ਰੈਫਰੈਂਸ ਮਿਲੇਗੀ PR ਵਾਸਤੇ, ਜਿਹੜਾ ਉਹਨਾਂ ਦੇ ਇੰਡੀਕੇਸ਼ਨ ਸਾਰੇ ਦਿਖਦੇ ਪਏ ਨੇ ਹਜੇ ਤੱਕ। ਹੁਣ ਇਹ ਸਟੇਟਮੈਂਟ ਆਣਾ ਇਹ ਓਪਰਚੁਨਿਟੀ ਹੈ। ਓਪਰਚੁਨਿਟੀ ਕਿਸ ਤਰ੍ਹਾਂ ਹੈ? ਇਹ ਓਪਰਚੁਨਿਟੀ ਦੇਖੋ ਉਦੋਂ ਓਪਰਚੁਨਿਟੀ ਬਣਦੀ ਹੈ ਜਦ ਦੋਨੋਂ ਪਾਰਟੀਆਂ ਦਾ ਲੈਵਲ ਇੱਕ ਹੋਵੇ। ਮੇਰੀ ਇੱਛਾ ਕੁਝ ਹੋਰ ਹੈ, ਤੁਸੀਂ ਕੁਝ ਹੋਰ ਦਿੰਦੇ ਪਏ ਹੋ ਤਾਂ ਓਪਰਚੁਨਿਟੀ ਨਹੀਂ ਬਣੇਗੀ। ਮੇਰੀ ਇੱਛਾ ਤੇ ਤੁਸੀਂ ਜਿਹੜੇ ਹੈਗੇ ਉਸ ਕੈਪੇਬਲ ਹੈਗੇ ਹੋ ਉਹ ਓਪਰਚੁਨਿਟੀ ਬਣਦੀ ਹੈ। ਕੈਨੇਡਾ ਨੇ ਓਪਰਚੁਨਿਟੀ ਕੋਵਿਡ ਦੇ ਦੌਰਾਨ ਵੀ ਦਿੱਤੀ ਸੀ ਜਦ ਕੈਨੇਡੀਅਨ ਐਕਸਪੀਰੀਅੰਸ ਕਲਾਸ ਦਾ ਡ੍ਰੌਪ 65 ਕੇ 66 ਨੰਬਰਾਂ ਤੇ ਨਿਕਲਿਆ ਸੀਗਾ। ਹਰੇਕ ਬੱਚਾ ਜਿਹਦੇ ਕੋਲ 5 ਬੈਂਡ ਵੀ ਸੀਗੇ ਉਹ ਵੀ ਪੱਕਾ ਹੋਣ ਲਈ ਤੁਰ ਪਿਆ ਸੀਗਾ। ਇਹ ਦੂਜੀ ਓਪਰਚੁਨਿਟੀ ਜਿਹੜੀ ਕੈਨੇਡਾ ਦੇ ਰਿਹਾ। ਕੈਨੇਡਾ ਓਪਰਚੁਨਿਟੀ ਹਜੇ ਹੋਰ ਦੇਗਾ, ਬਟ ਕੀ ਐਜ਼ ਅ ਸਟੂਡੈਂਟ ਆਈ ਐਮ ਰੈਡੀ ਟੂ ਅਵੇਲ ਦਾ ਓਪਰਚੁਨਿਟੀ। ਅੱਜ ਮੈਨੂੰ ਲੱਗਦਾ ਬਹੁਤ ਸੋਹਣਾ ਟਾਈਮ ਹੈ ਆਪਣਾ ਮਾਈਂਡਸੈਟ ਨੂੰ ਬਦਲਣ ਦਾ। ਅੱਜ ਮੇਰੇ ਕੋਲ UK, USA, ਕੈਨੇਡਾ, ਆਸਟ੍ਰੇਲੀਆ, ਨਿਊਜ਼ੀਲੈਂਡ ਆਉਣ ਵਾਲਾ ਹੈ। 5-6 ਕੰਟਰੀਜ਼ ਓਪਨ ਹੋ ਜਾਣਗੇ ਹੌਲੀ ਹੌਲੀ ਐਜ਼ ਪਰ ਦਾ ਟਾਈਮ। ਬਟ ਕੀ ਮੈਂ ਰੈਡੀ ਹਾਂ ਉਹਨਾਂ ਕੰਟਰੀਜ਼ ਵਾਸਤੇ ਜਾਂ ਮੈਂ ਹਜੇ ਵੀ ਜੁਗਾੜ ਲੱਭਦਾ ਪਿਆ? ਜੇ ਮੈਂ ਜੁਗਾੜ ਲੱਭਦਾ ਪਿਆ ਆਈ ਐਮ ਸੌਰੀ, ਕੁਛ ਚੇਂਜ ਨਹੀਂ ਹੋਏਗਾ। ਵੀਜ਼ਾ ਆਏਗਾ, ਵੀਜ਼ੇ ਬੰਦ ਹੋਣਗੇ, ਦੁਖੀ ਹੋਵੋਗੇ, 4 ਗਾਲਾਂ ਕੱਢੋਗੇ ਕੰਸਲਟੈਂਟ ਨੂੰ, ਮੇਰਾ ਵੀਜ਼ਾ ਇਹ ਕਰਾਤਾ ਲੌਸ, ਤੇ ਇੱਕ ਇੰਡਸਟਰੀ ਐਂ ਹੀ ਚੱਲਦੀ ਰਹੇਗੀ। ਜੇ ਤੁਸੀਂ ਉਸ ਕਾਬਲ ਬਣ ਜਾਂਦੇ ਹੋ ਆਪਣੇ ਆਇਲਸ ਡਾਕੂਮੈਂਟੇਸ਼ਨ ਦੇ ਜਾਂ ਆਪਣੀ ਜਿੱਦਣ ਬਾਹਰ ਜਾਣਾ ਉਹਦੀ ਤਿਆਰੀ ਐਟਲੀਸਟ 6 ਮਹੀਨੇ ਪਹਿਲਾਂ ਕਰਨ ਦੇ, ਤਾਂ ਆਹ ਜਿਹੜੇ ਜਿੰਨੇ ਵੀ ਕੰਟਰੀਜ਼ ਹੈ ਇਹ ਸਾਰੇ ਓਪਰਚੁਨਿਟੀਜ਼ ਹੋਣਗੀਆਂ ਆਪਣੇ ਵਾਸਤੇ ਐਜ਼ ਪੰਜਾਬੀਜ਼, ਐਜ਼ ਨਾਰਥ ਇੰਡੀਅਨ, ਐਜ਼ ਇੰਡੀਅਨਸ। ਜੀ ਬਿਲਕੁਲ। ਸੋ ਬਹੁਤ ਚੰਗਾ ਲੱਗਿਆ ਸਰ ਕਿ ਤੁਸੀਂ ਇਹ ਕੈਨੇਡਾ, UK ਔਰ ਆਸਟ੍ਰੇਲੀਆ ਦੇ ਅਪਡੇਟਸ ਨੂੰ ਲੈ ਕੇ ਦਰਸ਼ਕਾਂ ਨਾਲ ਸਾਰੀ ਜੋ ਜਾਣਕਾਰੀ ਸਾਂਝੀ ਕੀਤੀ ਹੈ। ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਇਸ ਦੇ ਨਾਲ ਹੀ ਮੈਂ ਯਾਨੀ ਕਿ ਹਰਜੋਤ ਕੌਰ ਵੀ ਲੈਣੀ ਹੈ ਤੁਹਾਡੇ ਤੋਂ ਇਜਾਜ਼ਤ। ਧੰਨਵਾਦ ਜੀ, ਸਤਿ ਸ਼੍ਰੀ ਅਕਾਲ।